कदे भारत की सब तो लंबी ते चौड़ी सड़क होया करती सी जिथे असी इस समय मौजूद हाँ। इसे रस्ते तो ही अफगानिस्तान के लोग वपार करन आया करते सन। तो तुहानूं दस कि इस सड़क का इतिहास की है जो कागज़ां दे विच धुंधले पन्नियां विच खो के रह गई है। सड़क बारे जानकारी लवांगे और सिक्के भी मिले खिलजी दे। कोई सड़क का कोई सन लिखिया भी कदों बनी, कित्थे आउंदी सी, कित्थों जाउंदी सी, किहड़े-किहड़े लोग इस सड़क तो गए सी। सब तो लंबी ते चौड़ी सड़क यही सीगी और ये गल इंपीरियल गजट ऑफ इंडिया दे विच बकायदा दर्ज है। ये किनारा 5 तो 700 मीटर दे दूरी दे विचकार है और यह रोड इत्थों ओकाड़ा तक जाती सी। उत्थों जिहड़े अंग्रेज आते सी वो इस रोड ते ही आते होंदे सी। इक्को ही सड़क हैगी सी, इक्को मेन यही रोड सीगी। पाविंदा व्यापारी सीगे जिहड़े अफगानिस्तान तो चलते सीगे। बदाम, अखरोट, गिरियां वगैरह यह ਵਪਾਰ ਕਰਦੇ ਇਸੇ ਰੋਡ ਤੋਂ ਹੀ ਇਸੇ ਰੋਡ ਤੇ ਜਾਂਦੇ ਸੀਗੇ। ਉਹਨਾਂ ਦਾ ਉੱਠਾਂ ਦਾ ਕਾਫਲਾ ਕੋਈ 1-2 ਦਾ ਨਹੀਂ ਹੁੰਦਾ ਸੀ, ਮਤਲਬ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਉਹ ਉੱਠ ਲੈ ਕੇ ਆਉਂਦੇ ਹੁੰਦੇ ਸੀ। ਉਹਨਾਂ ਦੇ ਉੱਪਰ ਉਹਨਾਂ ਨੇ ਸਮਾਨ ਲੱਦਿਆ ਹੋਇਆ, ਜਿੱਥੇ ਰਾਤ ਪੈ ਗਈ ਉਹ ਉੱਥੇ ਹੀ ਸੌਂ ਜਾਂਦੇ ਸੀਗੇ। ਉਸ ਤੋਂ ਅੱਗੇ ਫਿਰ ਚੱਲ ਪੈਂਦੇ ਸੀ ਆਪਣੀ ਮੰਜ਼ਿਲ ਦੇ ਵੱਲ। ਕਿੰਨੀ ਚੌੜੀ ਸੜਕ ਹੁੰਦੀ ਸੀ ਉਸ ਸਮੇਂ? ਤਕਰੀਬਨ 5 ਤੋਂ 700 ਮੀਟਰ ਤੱਕ ਇਹ ਚੌੜੀ ਸੀ। ਮਤਲਬ ਹਿੰਦੁਸਤਾਨ ਦੀ ਸਭ ਤੋਂ ਲੰਬੀ ਤੇ ਚੌੜੀ ਸੜਕ ਇੰਪੀਰੀਅਲ ਗਜ਼ਟ ਆਫ ਇੰਡੀਆ ਦੇ ਵਿੱਚ ਬਕਾਇਦਾ ਦਰਜ ਹੈ। ਮਹਾਰਾਜਾ ਰਣਜੀਤ ਸਿੰਘ ਦੀ ਜਾਂ ਆਪਾਂ ਸ਼ੇਰਸ਼ਾਹ ਸੂਰੀ ਦੀ ਗੱਲ ਕਰੀਏ ਤਾਂ ਉਹ ਵੀ ਜਦੋਂ ਇੱਧਰ ਆਉਂਦੇ ਸੀਗੇ ਤਾਂ ਤਕਰੀਬਨ ਗਨਮੈਨ ਜਾਂ ਕਹਿ ਸਕਦੇ ਆਪਾਂ ਜਾਂ ਉਹਨਾਂ ਦੇ ਦੂਸਰੇ ਉਹ ਇਸੇ ਰੋਡ ਤੋਂ ਹੀ ਜਾਂਦੇ ਸੀਗੇ। ਜਦੋਂ ਗੱਲ ਕਰੀਏ ਤੁਸੀਂ ਸਿਕੰਦਰ ਦੇ ਪੁਲਿਸ ਦੀ ਵੀ ਗੱਲ ਕਰ ਰਹੇ ਸੀ ਵੀ ਸਿੱਕੇ ਵੀ ਮਿਲੇ ਨੇ ਇੱਥੋਂ ਦੀ। ਹਾਂ, ਸਿੱਕੇ ਮਿਲੇ ਸੀਗੇ। ਬਲਬਨ, ਅਲਾਉਦੀਨ ਖਿਲਜੀ, ਇਹਨਾਂ ਦੇ ਸਿੱਕੇ ਵੀ ਮਿਲ ਚੁੱਕੇ ਹੈ। ਕਿ ਵਾਕਈ ਹਲੇ ਵੀ ਇਤਿਹਾਸ ਦੇ ਪੰਨੇ ਹੋਰ ਇਹੋ ਜਿਹੇ ਹੈਗੇ ਨੇ ਜੋ ਸਾਨੂੰ ਪਤਾ ਹੀ ਨਹੀਂ ਹੋ। ਅੱਜ ਤੁਸੀਂ ਸੜਕ ਦਾ ਜ਼ਿਕਰ ਕਰ ਰਹੇ ਹੋ, ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਜਿੱਥੇ ਆਪਾਂ ਖੜੇ ਇਸ ਸਮੇਂ ਭਾਰਤ ਦੀ ਸਭ ਤੋਂ ਲੰਬੀ ਤੇ ਚੌੜੀ ਸੜਕ ਹੋਗੀ। ਹਲੇ ਇਤਿਹਾਸ ਦੇ ਪੰਨੇ ਹੋਰ ਵੀ ਹੈਗੇ ਨੇ ਜੋ ਸਾਹਮਣੇ ਆਉਣੇ ਬਾਕੀ ਨੇ, ਜਾਂ ਕੰਮ ਨਹੀਂ ਕੀਤਾ ਜਾਂਦਾ ਇਤਿਹਾਸ ਦੇ ਪੱਖੋਂ ਵੀ ਇਤਿਹਾਸ ਸਾਹਮਣੇ ਲੈ ਕੇ ਨਾ ਆਈਏ, ਜਾਂ ਅਸੀਂ ਕੀ ਕਰਨਾ ਇਤਿਹਾਸ ਜਾਣ ਕੇ, ਜਾਂ ਸਾਨੂੰ ਕੀ ਲੋੜ ਪੈ ਗਈ ਇਤਿਹਾਸ ਜਾਣਨ ਦੀ। ਐਕਚੁਅਲੀ ਇਤਿਹਾਸ ਲੋਕ ਕੀ ਸਮਝਦੇ ਆ ਕਿ ਇਤਿਹਾਸ ਹੈ ਨੀਂਦ ਦੀ ਦਵਾ। ਲੋਕ ਜ਼ਿਆਦਾਤਰ ਇੰਟਰਸਟ ਨਹੀਂ ਲੈਂਦੇ। ਇਤਿਹਾਸ ਦੀ ਗੱਲ ਕਰੀਏ, ਕਈ ਇਤਿਹਾਸ ਦੇ ਪੇਜ ਧੁੰਦਲੇ ਪੈ ਜਾਂਦੇ ਨੇ ਤੇ ਕਈ ਇਤਿਹਾਸ ਦੇ ਪੇਜ ਸਾਹਮਣੇ ਆ ਕੇ ਸਾਨੂੰ ਖੁਦ ਸਾਡੀ ਵਿਰਾਸਤ ਦੀ ਗੱਲਾਂ ਦੱਸ ਕੇ ਜਾਂਦੇ ਨੇ। ਤਾਂ ਅਸੀਂ ਸਮੇਂ ਮੌਜੂਦ ਆ ਫਾਜ਼ਿਲਕਾ ਦੇ ਵਿੱਚ ਮੌਜੂਦ ਆ ਜਿਸ ਸੜਕ ਉੱਤੇ ਇਸ ਸਮੇਂ ਅਸੀਂ ਖੜੇ ਆ। ਕਦੇ ਭਾਰਤ ਦੀ ਸਭ ਤੋਂ ਲੰਬੀ ਤੇ ਸਭ ਤੋਂ ਚੌੜੀ ਸੜਕ ਇਹੀ ਹੁੰਦੀ ਸੀ। ਇਸੇ ਰਸਤੇ ਤੋਂ ਹੀ ਅਫਗਾਨਿਸਤਾਨ ਤੋਂ ਲੋਕ ਵਪਾਰ ਕਰਨ ਆਉਂਦੇ ਸਨ। ਤਾਂ ਸੰਨ 47 ਤੋਂ ਪਹਿਲਾਂ ਦੀ ਗੱਲ ਕਰਾਂਗੇ। ਕਿਸੇ ਸਮੇਂ ਇਸ ਨੂੰ ਦਰਜਾ ਵੀ ਦਿੱਤਾ ਗਿਆ ਸੀ ਔਰ ਇਹੀ ਰਸਤਾ ਸੀ ਇੱਕ ਦਿੱਲੀ ਜਾਣ ਦਾ। ਜੇ ਇੱਕ ਰਸਤਾ ਸਰਸਾ ਡੱਬਵਾਲੀ ਵਾਲੇ ਪਾਸੇ ਹੈਗਾ ਸੀ, ਪਰ ਇਹੀ ਇੱਕ ਮੇਨ ਸਭ ਤੋਂ ਵੱਡੀ ਚੌੜੀ ਸੜਕ ਭਾਰਤ ਦੀ ਕਹੀ ਜਾਂਦੀ ਸੀ। ਤਾਂ ਕੋਸ਼ਿਸ਼ ਕਰਾਂਗੇ ਹੋਰ ਇਤਿਹਾਸ ਨੂੰ ਜਾਣਨ ਦੀ ਔਰ ਗੱਲਬਾਤ ਕਰਾਂਗੇ। ਲਕਸ਼ਮਣ ਸਾਡੇ ਨਾਲ ਮੌਜੂਦ ਨੇ ਜੋ ਕਿ ਹਿਸਟੋਰੀਅਨ ਨੇ, ਉਹਨਾਂ ਕੋਲ ਜਾਣਕਾਰੀ ਲਵਾਂਗੇ। ਕਾਫੀ ਕੁਛ ਇਹਨਾਂ ਨੇ ਖੋਜਿਆ ਇਤਿਹਾਸ ਪੱਖੋਂ, ਆਪਣੇ ਸ਼ਹਿਰ ਨੂੰ ਲੈ ਕੇ, ਫਾਜ਼ਿਲਕਾ ਨੂੰ ਲੈ ਕੇ, ਫਾਜ਼ਿਲਕਾ ਦੇ ਆਸ-ਪਾਸ ਕੋਈ ਵੀ ਇਹੋ ਜਿਹੀ ਚੀਜ਼ਾਂ ਨੇ ਸੰਨ 47 ਤੋਂ ਪਹਿਲਾਂ ਔਰ ਇਤਿਹਾਸ ਜੋ ਵੀ ਗੁੰਮ ਹੋ ਗਿਆ ਸੀ, ਕੋਸ਼ਿਸ਼ ਕਰਦੇ ਨੇ ਉਹ ਇਤਿਹਾਸ ਨੂੰ ਵਾਪਸ ਜਿੰਦਾ ਰੱਖਣ ਵਾਸਤੇ। ਤਾਂ ਲਕਸ਼ਮਣ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਲਕਸ਼ਮੀ, ਬਹੁਤ ਬਹੁਤ ਸਵਾਗਤ ਤੁਹਾਡਾ। ਧੰਨਵਾਦ ਜੀ। ਅੱਛਾ, ਮੇਰਾ ਪਹਿਲਾ ਸਵਾਲ ਇਹ ਹੈ ਕਿ ਜੇ ਆਪਾਂ ਗੱਲ ਕਰੀਏ ਸੜਕ ਦੀ, ਜਿਵੇਂ ਤੁਸੀਂ ਹਿਸਟੋਰੀਅਨ ਹੋ, ਸੜਕ ਹੋ ਗਈ ਜਾਂ ਬਾਕੀ ਹੋਰ ਬਿਲਡਿੰਗਾਂ ਹੋ ਗਈਆਂ, ਉਸ ਨੂੰ ਲੈ ਕੇ ਲਿਖਦੇ ਵੀ ਹੋ, ਅਖਬਾਰਾਂ ਵਿੱਚ ਵੀ ਲਿਖਦੇ ਹੋ, ਤੁਹਾਡੀ ਕਿਤਾਬ ਵੀ ਆਈ ਸੀ ਇੱਕ। ਉਸ ਤੋਂ ਬਾਅਦ ਆਸ-ਪਾਸ ਪਿੰਡ ਵਿੱਚ ਕੋਸ਼ਿਸ਼ ਕਰਦੇ ਹੋ ਸੰਨ 47 ਤੋਂ ਪਹਿਲਾਂ ਕੀ ਇਤਿਹਾਸ ਸੀ ਖੋਜਣ ਦੀ ਕੋਸ਼ਿਸ਼ ਕਰਦੇ ਹੋ। ਹੁਣ ਆਪਾਂ ਗੱਲ ਕਰਾਂਗੇ ਸੜਕ ਦੀ। ਕੋਈ ਸੜਕ ਦਾ ਕੋਈ ਸਨ ਲਿਖਿਆ ਵੀ ਕਦੋਂ ਬਣੀ, ਕਿੱਥੇ ਆਉਂਦੀ ਸੀ, ਕਿੱਥੋਂ ਜਾਂਦੀ ਸੀ, ਕਿਹੜੇ-ਕਿਹੜੇ ਲੋਕ ਇਸ ਸੜਕ ਤੋਂ ਗਏ ਸੀ, ਔਰ ਕੀ ਵਾਕਈ ਇਹ ਭਾਰਤ ਦੀ ਸਭ ਤੋਂ ਲੰਬੀ ਤੇ ਚੌੜੀ ਸੜਕ ਸੀ? ਦੇਸ਼ ਤਕਸੀਮ ਤੋਂ ਪਹਿਲਾਂ ਇਹ ਇੱਕ ਇਹੋ ਜਿਹੀ ਰੋਡ ਸੀਗੀ, ਕੱਚੀ ਸੀ ਜ਼ਿਆਦਾਤਰ, ਔਰ ਸਭ ਤੋਂ ਲੰਬੀ ਤੇ ਚੌੜੀ ਸੜਕ ਇਹੀ ਸੀਗੀ ਜਿਹੜੀ ਨਰੇਲ ਤੋਂ ਚੱਲਦੀ ਸੀਗੀ ਔਰ ਓਕਾੜਾ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ ਉੱਥੋਂ ਤੱਕ ਜਾਂਦੀ ਸੀਗੀ। ਔਰ ਇਹ ਗੱਲ ਇੰਪੀਰੀਅਲ ਗਜ਼ਟ ਆਫ ਇੰਡੀਆ ਦੇ ਵਿੱਚ ਬਕਾਇਦਾ ਦਰਜ ਹੈ। ਲੰਬੀ ਤੇ ਚੌੜੀ ਦੀ ਗੱਲ ਕਰੀਏ, ਜਿੱਥੇ ਆਪਾਂ ਖੜੇ ਹਾਂ ਇੱਧਰ ਹੈਰੀਟੇਜ ਹੈਗੀ ਹੈ ਗੋਲ ਕੋਠੀ, ਇਹਦੇ ਆਪਾਂ ਕਾਰਨਰ ਤੇ ਖੜੇ ਹਾਂ ਇਸ ਰੋਡ ਦੀ। ਔਰ ਦੂਸਰੀ ਸਾਈਡ ਤੇ ਇੱਧਰ ਜੇ ਜਾਈਏ ਨਾ ਇਹ ਰੋਡ ਤਾਂ ਅੱਗੋਂ ਆ ਜਾਂਦਾ
ਫਾਜ਼ਿਲਕਾ ਦਾ ਬੰਗਲਾ, ਜਿਹਨੂੰ ਮਤਲਬ ਬੰਗਲਾ ਫਾਜ਼ਿਲਕਾ ਨੂੰ ਪਹਿਲਾਂ ਬੰਗਲਾ ਕਹਿੰਦੇ ਸੀ ਨਾ, ਉਹ ਇੱਧਰ ਹੈਗਾ। ਇਹ ਕਿਨਾਰਾ 5 ਤੋਂ 700 ਮੀਟਰ ਦੇ ਦੂਰੀ ਦੇ ਵਿਚਕਾਰ ਹੈ। ਔਰ ਇਹ ਰੋਡ ਇੱਥੋਂ ਓਕਾੜਾ ਤੱਕ ਜਾਂਦੀ ਸੀ, ਨਰੇਲ ਤੋਂ ਚੱਲਦੀ ਸੀਗੀ ਵਾਇਆ ਸਿਰਸਾ, ਹਿਸਾਰ, ਸਿਰਸਾ, ਡੱਬ ਵਾਲੀ, ਮਲੋਟ, ਅਰਨੀਵਾਲਾ, ਫਾਜ਼ਿਲਕਾ। ਇੱਥੋਂ ਜਾਂਦੀ ਸੀ ਪਿੰਡ ਅੱਗੇ 5-7 ਕਿਲੋਮੀਟਰ ਦੂਰ ਹੈ ਮੋਜਮ ਦੇ ਅੱਗੇ ਸਤਲੁਜ ਦਰਿਆ ਹੈ। ਔਰ ਦਰਿਆ ਤੋਂ ਮਤਲਬ ਜਾਂਦੇ ਸੀਗੇ ਅੱਗੇ ਬੇੜੀ ਰਾਹੀਂ 6-7 ਬੇੜੀਆਂ, ਕਾਫੀ ਵੱਡੀਆਂ ਬੇੜੇ ਲੱਗੇ ਹੋਏ ਸੀਗੇ। ਉਸ ਤੋਂ ਬਾਅਦ ਲੋਕ ਉੱਧਰ ਜਾਂਦੇ ਸੀਗੇ ਪਾਕਿਸਤਾਨ ਦੇ ਵਿੱਚ ਬਸ਼ੀਰਪੁਰ, ਅੱਗੇ ਦੀਪਾਲਪੁਰ। ਉਸ ਤੋਂ ਬਾਅਦ ਆ ਜਾਂਦਾ ਓਕਾੜਾ। ਉੱਥੋਂ ਤੱਕ ਕਿ ਲੰਬੀ ਚੌੜੀ ਮਤਲਬ ਇੰਨੇ ਕਿਲੋਮੀਟਰ ਦੀ ਇਹ ਰੋਡ ਸੀਗੀ। ਇਹ ਯੂਜ਼ ਕੀਤੀ ਜਾਂਦੀ ਸੀਗੀ ਜ਼ਿਆਦਾਤਰ ਜਿਹੜੇ ਅੰਗਰੇਜ਼ ਆਫੀਸਰ ਆਉਂਦੇ ਸੀਗੇ, ਕਿਉਂਕਿ ਫਾਜ਼ਿਲਕਾ ਨੂੰ ਉਸ ਟਾਈਮ 'ਤੇ ਜ਼ਿਲ੍ਹਾ ਲੱਗਦਾ ਸੀਗਾ ਹਿਸਾਰ। ਉੱਥੋਂ ਜਿਹੜੇ ਅੰਗਰੇਜ਼ ਆਉਂਦੇ ਸੀ ਉਹ ਇਸ ਰੋਡ ਤੇ ਹੀ ਆਉਂਦੇ ਹੁੰਦੇ ਸੀ। ਕੋਈ ਸੜਕ ਹੈਗੀ ਸੀ, ਇੱਕੋ ਮੇਨ ਇਹੀ ਰੋਡ ਸੀਗੀ। ਹਾਲਾਂਕਿ ਹੋਰ ਵੀ ਮੈਂ ਜਿਵੇਂ ਸੰਸਥਾ ਦਾ ਜ਼ਿਕਰ ਕਰਦੇ ਸੜਕ ਉਸ ਪਾਸੇ ਵੀ ਹੈਗੀ ਸੀ, ਉਹ ਛੋਟੀਆਂ ਸੀ। ਉਹ ਦੂਸਰੀਆਂ ਛੋਟੀਆਂ ਸੀਗੀਆਂ। ਇੱਕ ਅਬੋਰ ਤੱਕ ਰੋਡ ਜਾਂਦੀ ਸੀਗੀ, ਉਹ ਮਤਲਬ ਥੋੜੀ ਜਿਹੀ ਵੱਡੀ ਸੀਗੀ, ਬਟ ਐਡੀ ਨਹੀਂ ਸੀ ਜਿੱਡੀ ਇਹ ਰੋਡ ਹੈ, ਐਡੀ ਨਹੀਂ ਸੀਗੀ। ਇੱਥੋਂ ਫਾਜ਼ਿਲਕਾ ਤੋਂ ਵੀ ਅਬੋਰ ਜਾਂਦੀ ਸੀਗੀ, ਉਹ ਵੀ ਰੋਡ ਐਡੀ ਨਹੀਂ ਸੀਗੀ ਪਰ ਵੱਡੀ ਸੀਗੀ। ਇਹ ਰੋਡ ਜ਼ਿਆਦਾਤਰ ਯੂਜ਼ ਕਰਦੇ ਸੀ ਉਹ ਅੰਗਰੇਜ਼ ਆਫੀਸਰ, ਕਿਉਂਕਿ ਡਿਸਟ੍ਰਿਕਟ ਹੈੱਡਕੁਆਟਰ ਸਾਡਾ ਜਿਹੜਾ ਫਾਜ਼ਿਲਕਾ ਦਾ ਸੀਗਾ ਉਹ ਸਿਰਸਾ ਸੀਗਾ, ਔਰ ਉਹ ਯੂਜ਼ ਕਰਦੇ ਸੀ। ਨੈਕਸਟ ਜਿਹੜੇ ਕਰਦੇ ਸੀਗੇ ਪਾਵਿੰਦਾ ਵਪਾਰੀ ਸੀਗੇ, ਜਿਹੜੇ ਅਫਗਾਨਿਸਤਾਨ ਤੋਂ ਚੱਲਦੇ ਸੀਗੇ। ਬਦਾਮ, ਅਖਰੋਟ, ਗਿਰੀਆਂ ਵਗੈਰਾ ਇਹ ਉਹ ਵਪਾਰ ਕਰਦੇ ਇਸੇ ਰੋਡ ਤੇ ਹੀ ਆਉਂਦੇ ਸੀਗੇ। ਉਹਨਾਂ ਦਾ ਉੱਠਾਂ ਦਾ ਕਾਫਲਾ ਕੋਈ 1-2 ਦਾ ਨਹੀਂ ਹੁੰਦਾ ਸੀ, ਮਤਲਬ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਉਹ ਉੱਠ ਲੈ ਕੇ ਆਉਂਦੇ ਹੁੰਦੇ ਸੀ। ਉਹਨਾਂ ਦੇ ਉੱਪਰ ਉਹਨਾਂ ਨੇ ਸਮਾਨ ਲੱਦਿਆ ਹੋਇਆ, ਜਿੱਥੇ ਰਾਤ ਪੈ ਗਈ ਉਹ ਉੱਥੇ ਹੀ ਸੌਂ ਜਾਂਦੇ ਸੀਗੇ। ਉਸ ਤੋਂ ਅੱਗੇ ਫਿਰ ਚੱਲ ਪੈਂਦੇ ਸੀ ਆਪਣੀ ਮੰਜ਼ਿਲ ਦੇ ਵੱਲ, ਕਿਉਂਕਿ ਇੱਧਰ ਆਸ-ਪਾਸ ਤਾਂ ਸਾਰੇ ਜੰਗਲ ਹੀ ਸੀਗੇ ਨਾ। ਤੇ ਉੱਥੋਂ ਇਹ ਆਉਂਦੇ ਸੀਗੇ ਪਾਵਿੰਦਾ ਵਪਾਰੀ ਫਾਜ਼ਿਲਕਾ ਤੋਂ ਮਲੋਟ। ਉਹਨਾਂ ਨੇ ਦੂਸਰਾ ਅਬੋਰ ਸਾਈਡ ਜਾਣਾ ਹੁੰਦਾ ਤਾਂ ਦੂਸਰੀ ਰੋਡ ਤੇ ਚਲੇ ਜਾਂਦੇ। ਜੇ ਓਕਾੜਾ ਜਾਣਾ ਹੁੰਦਾ ਤਾਂ ਵਾਇਆ ਫਾਜ਼ਿਲਕਾ ਦੇ ਵਿੱਚੋਂ ਹੋ ਕੇ ਅੱਗੇ ਮੋਜਮ ਤੱਕ ਜਾਂਦੇ ਸੀ। ਮੋਜਮ ਤੋਂ ਬਾਅਦ 6 ਕਿਸ਼ਤੀਆਂ ਹੈਗੇ ਸੀ, ਵੱਡੀਆਂ ਬੇੜੇ, ਉਹਨਾਂ ਦੇ ਉੱਪਰ ਆਪਣੇ ਉੱਠ ਵਗੈਰਾ ਜਾਂ ਸਮਾਨ ਵਗੈਰਾ ਲੱਦ ਲੈਂਦੇ ਸੀ ਤੇ ਹੌਲੀ ਪਾਰ ਕਰਦੇ ਹੋਏ ਉਹ ਬਸ਼ੀਰਪੁਰ, ਦੀਪਾਲਪੁਰ ਤੋਂ ਓਕਾੜਾ ਤੱਕ ਪਹੁੰਚ ਜਾਂਦੇ ਸੀ। ਕਿੰਨੀ ਚੌੜੀ ਸੜਕ ਹੁੰਦੀ ਸੀ ਉਸ ਸਮੇਂ? ਤਕਰੀਬਨ 5 ਤੋਂ 700 ਮੀਟਰ ਤੱਕ ਇਹ ਚੌੜੀ ਸੀਗੀ। ਮਤਲਬ ਹਿੰਦੁਸਤਾਨ ਦੀ ਸਭ ਤੋਂ ਲੰਬੀ ਤੇ ਚੌੜੀ ਸੜਕ ਇੰਪੀਰੀਅਲ ਗਜ਼ਟ ਆਫ ਇੰਡੀਆ ਦੇ ਵਿੱਚ ਬਕਾਇਦਾ ਦਰਜ ਹੈ। ਇਹੀ ਰੋਡ ਇਸੇ ਕਰਕੇ ਹੀ, ਇਸ ਰੋਡ ਦੇ ਲੰਬੀ ਚੌੜੀ ਹੋਣ ਕਰਕੇ ਨਾ ਬੰਗਲਾ ਬਣਾਇਆ ਗਿਆ ਇੱਕ ਕਿਨਾਰੇ ਤੇ। ਦੂਸਰੇ ਕਿਨਾਰੇ ਤੇ ਗੋਲ ਕੋਠੀ ਬਣਾਈ ਗਈ ਹੈ। ਇਸ ਤੋਂ ਅੱਗੇ ਇੱਕ ਹੈਰੀਟੇਜ ਹੋਰ ਹੈ, ਤੀਸਰੀ ਹੈਰੀਟੇਜ, ਉਹ ਵੀ ਇਸੇ ਰੋਡ ਤੇ ਹੈ, ਜਿਹਨੂੰ ਕਹਿੰਦੇ ਨੇ ਰਘੁਵਰ ਭਵਨ, ਉਹ ਵੀ ਇਸੇ ਰੋਡ ਤੇ ਬਣਾਈ ਗਈ ਹੈ। ਅੱਛਾ, ਹੁਣ ਗੱਲ ਕਰੀ, ਤੁਸੀਂ ਕਹਿੰਦੇ ਸੀ ਵੀ ਜੇ ਆਪਾਂ ਲਗਾਈਏ ਨਰੇਲਾ ਤੋਂ ਲੈ ਕੇ ਓਕਾੜਾ ਤੱਕ ਲਗਾਈਏ ਤਾਂ ਲਗਭਗ 5-550 ਕਿਲੋਮੀਟਰ ਦਾ ਸਫ਼ਰ ਹੋਊਗਾ ਇਹ ਰੋਡ ਦਾ। ਕਿਤੇ ਕੋਈ ਪੱਕੀ ਸੜਕ ਵੀ ਦਿਖਾਈ ਦਿੰਦੀ ਹੈ ਇਸ ਇਤਿਹਾਸ ਦੇ ਵਿੱਚ ਕਿ ਸਾਰੀ ਕੱਚੀ ਸੀ? ਹਾਂ, ਉਹ ਬਕਾਇਦਾ ਉਹਦੇ ਵਿੱਚ ਇੰਪੀਰੀਅਲ ਗਜ਼ਟ ਆਫ ਇੰਡੀਆ ਦੇ ਵਿੱਚ ਦਰਜ ਹੈ ਕਿ ਕੁਝ 2-4 ਕਿਲੋਮੀਟਰ, ਜ਼ਿਆਦਾ ਨਹੀਂ ਸੀ, ਉਹ ਪੱਕੀ ਸੀਗੀ ਸਿਰਸਾ ਦੇ ਕੋਲ, ਕਿਉਂਕਿ ਉੱਥੇ ਹੈੱਡਕੁਆਟਰ ਸੀਗਾ ਨਾ, ਉਹ ਅੰਗਰੇਜ਼ ਯੂਜ਼ ਕਰਦੇ ਸੀ ਔਰ ਉਹਨਾਂ ਨੇ ਉਸ ਰੋਡ ਨੂੰ ਉਸ ਟਾਈਮ ਤੇ ਪੱਕਾ ਕਰ ਲਿਆ ਸੀਗਾ। ਉੱਥੋਂ ਹੀ ਪੱਕੀ ਸੀ, ਬਾਕੀ ਸਾਰੀ ਕੱਚੀ ਸੀਗੀ। ਟਿੱਬੇ ਵਗੈਰਾ ਹੁੰਦੇ ਸੀਗੇ, ਆਸੇ-ਪਾਸੇ ਰੇਤ ਜਾਂ ਜੰਗਲ ਹੈਗੇ ਸੀਗੇ, ਕਿਉਂਕਿ ਦਰਿਆ ਅੱਗੇ ਰੇਤ ਵੀ ਆ ਜਾਂਦੀ ਸੀ। ਔਰ ਜਿਹੜੇ ਰਾਜੇ ਮਹਾਰਾਜੇ ਸੀਗੇ, ਮਾਧਵਰਾਓ ਸਿੰਧੀਆ, ਉਹਨਾਂ ਨੇ ਆਪਣੀ ਇੱਕ ਕਿਤਾਬ ਦੇ ਵਿੱਚ, ਮੈਨੂੰ ਯਾਦ ਨਹੀਂ ਆ ਰਿਹਾ ਕਿਤਾਬ ਦਾ ਨਾਮ, ਉਹਨਾਂ ਦੇ ਵਿੱਚ ਉਹਨਾਂ ਨੇ ਲਿਖਿਆ ਕਿ 1801 ਦੇ ਵਿੱਚ ਉੱਥੇ ਗਏ ਸੀਗੇ ਫਾਜ਼ਿਲਕਾ, ਇਸੇ ਰੋਡ ਤੇ ਹੀ ਆਏ ਸੀਗੇ। ਮਹਾਰਾਜਾ ਰਣਜੀਤ ਸਿੰਘ ਦੀ ਜਾਂ ਆਪਾਂ ਸ਼ੇਰਸ਼ਾਹ ਸੂਰੀ ਦੀ ਗੱਲ ਕਰੀਏ ਤਾਂ ਉਹ ਵੀ ਜਦੋਂ ਇੱਧਰ ਆਉਂਦੇ ਸੀਗੇ ਤਾਂ ਤਕਰੀਬਨ ਉਹਨਾਂ ਦੇ ਜਿਹੜੇ ਹੈਗੇ ਸੀਗੇ ਮਤਲਬ ਗਨਮੈਨ ਜਾਂ ਕਹਿ ਸਕਦੇ ਆਪਾਂ, ਜਾਂ ਉਹਨਾਂ ਦੇ ਦੂਸਰੇ, ਉਹ ਇਸੇ ਰੋਡ ਤੋਂ ਹੀ ਜਾਂਦੇ ਸੀਗੇ। ਉਹਨਾਂ ਦਾ ਬਕਾਇਦਾ ਇੱਕ ਗੁੰਬਦ ਅਜੇ ਤੱਕ ਵੀ ਇੱਥੇ ਅਰਨੀਵਾਲਾ, ਇੱਥੋਂ 20 ਕਿਲੋਮੀਟਰ ਦੂਰ ਆ ਫਾਜ਼ਿਲਕਾ ਤੋਂ, ਉੱਥੇ ਅਜੇ ਤੱਕ ਉਹ ਪ੍ਰੂਫ ਅਜੇ ਵੀ ਖੜੇ ਨੇ, ਜਿਨ੍ਹਾਂ ਦੇ ਵਿੱਚ ਉਹ ਲੈਟਰ ਵਗੈਰਾ ਪਾਉਂਦੇ ਸੀ ਨਾ, ਉਹ ਅਜੇ ਤੱਕ ਵੀ ਉੱਥੇ ਮੌਜੂਦ ਹੈਗੇ ਨੇ ਉਹਨਾਂ ਦੇ। ਜਦੋਂ ਗੱਲ ਕਰੀਏ ਤੁਸੀਂ ਸਿਕੰਦਰ ਦੇ ਪੁਲਿਸ ਦੀ ਵੀ ਗੱਲ ਕਰ ਰਹੇ ਸੀ ਵੀ ਸਿੱਕੇ ਵੀ ਮਿਲੇ ਨੇ ਇੱਥੋਂ ਦੀ। ਹਾਂ, ਸਿੱਕੇ ਮਿਲੇ ਸੀਗੇ। ਉਹ ਰੋਡ ਹੈ ਫਾਜ਼ਿਲਕਾ ਤੋਂ ਅਬੋਰ ਸਾਈਡ, ਉਹ ਮਤਲਬ ਪੰਜਾਬ ਦਾ ਜਿਹੜਾ ਗਜ਼ਟ ਹੈ ਉਹਦੇ ਵਿੱਚ ਇਹ ਕਲੀਅਰ ਨਹੀਂ ਲਿਖਿਆ ਵੀ ਕਿਸ ਜਗ੍ਹਾ ਤੋਂ ਮਿਲਿਆ, ਬਟ ਉਹਨਾਂ ਨੇ ਇਹ ਲਿਖਿਆ ਕਿ ਫਾਜ਼ਿਲਕਾ ਤੋਂ ਅਬੋਰ ਰੋਡ ਤੇ ਬਲਬਨ, ਅਲਾਉਦੀਨ ਖਿਲਜੀ, ਇਹਨਾਂ ਦੇ ਸਿੱਕੇ ਵੀ ਮਿਲ ਚੁੱਕੇ ਹੈ। ਉਹ ਪੰਜਾਬ ਸਰਕਾਰ ਦੇ ਜਿਹੜਾ ਗਜ਼ਟ ਆ ਉਹਦੇ ਵਿੱਚ ਬਕਾਇਦਾ ਦਰਜ ਹੈ। ਖਿਲਜੀ ਵੀ ਇੱਥੇ ਆ ਕੇ ਜਾ ਚੁੱਕੇ ਆ? ਉਹਨਾਂ ਦਾ ਨਹੀਂ ਕੁਝ ਕਹਿ ਸਕਦੇ, ਬਟ ਉਹਨਾਂ ਦੇ ਸਿੱਕੇ ਜ਼ਰੂਰ ਮਿਲੇ, ਜਿਹੜਾ ਪੰਜਾਬ ਸਰਕਾਰ ਦਾ ਗਜ਼ਟ ਉਸ ਦੇ ਅਨੁਸਾਰ। ਸਿਕੰਦਰ ਜਾਂ ਪੁਲਿਸ ਦਾ ਵੀ ਕੁਝ ਮਿਲਿਆ ਹੋਵੇ ਇੱਥੋਂ? ਨਹੀਂ, ਉਹਨਾਂ ਦਾ ਕੋਈ ਸਿਕੰਦਰ ਪੁਲਿਸ ਦਾ ਇੱਥੇ ਕੋਈ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਆਇਆ, ਬਟ ਸਿੱਕੇ ਜ਼ਰੂਰ ਉਹਨਾਂ ਦੇ ਮਿਲੇ ਆ। ਉਹ ਪਤਾ ਨਹੀਂ ਪੰਜਾਬ ਸਰਕਾਰ ਨੇ ਹੁਣ ਸ਼ਾਇਦ ਸੰਭਾਲ ਕੇ ਰੱਖੇ ਵੀ ਆ ਕਿ ਨਹੀਂ,
ਪਰ ਉਹਨਾਂ ਦੀ ਜਿਹੜੀ ਗਜ਼ਟ ਆ ਉਹਦੇ ਵਿੱਚੋਂ ਅਜੇ ਵੀ ਦਰਜ ਹੈ। ਹੁਣ ਇਸੇ ਸੜਕ ਉੱਪਰ ਵਪਾਰ ਹੁੰਦਾ ਸੀ, ਇਸੇ ਸੜਕ ਉੱਪਰ ਜਾਂਦੇ ਸੀ ਜਦੋਂ ਭਾਰਤ ਇੱਕ ਨਹੀਂ ਵੰਡਿਆ ਸੀ ਦੇਸ਼। ਹੁਣ ਤਾਂ ਵੰਡ ਹੋ ਗਈ, ਉਸ ਤੋਂ ਬਾਅਦ ਪਾਕਿਸਤਾਨ ਬਣ ਗਿਆ, ਫਿਰ ਇਸ ਪਾਸੇ ਭਾਰਤ ਬਣ ਗਿਆ। ਹੁਣ ਗੱਲ ਕਰੀਏ ਉਹਨਾਂ ਇਤਿਹਾਸਾਂ ਦੀ ਕਿ ਵਾਕਈ ਹਲੇ ਵੀ ਇਤਿਹਾਸ ਦੇ ਪੰਨੇ ਹੋਰ ਇਹੋ ਜਿਹੇ ਹੈਗੇ ਨੇ ਜੋ ਸਾਨੂੰ ਪਤਾ ਹੀ ਨਹੀਂ ਹੋ। ਅੱਜ ਤੁਸੀਂ ਸੜਕ ਦਾ ਜ਼ਿਕਰ ਕਰ ਰਹੇ ਹੋ, ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਹੋਣਾ। ਜਿੱਥੇ ਆਪਾਂ ਖੜੇ ਹਾਂ ਇਸ ਸਮੇਂ ਭਾਰਤ ਦੀ ਸਭ ਤੋਂ ਲੰਬੀ ਤੇ ਚੌੜੀ ਸੜਕ ਹੋਗੀ। ਹਲੇ ਇਤਿਹਾਸ ਦੇ ਪੰਨੇ ਹੋਰ ਵੀ ਹੈਗੇ ਨੇ ਜੋ ਸਾਹਮਣੇ ਆਉਣੇ ਬਾਕੀ ਨੇ, ਜਾਂ ਕੰਮ ਨਹੀਂ ਕੀਤਾ ਜਾਂਦਾ ਇਤਿਹਾਸ ਦੇ ਪੱਖੋਂ ਵੀ ਇਤਿਹਾਸ ਸਾਹਮਣੇ ਲੈ ਕੇ ਨਾ ਆਈਏ, ਜਾਂ ਅਸੀਂ ਕੀ ਕਰਨਾ ਇਤਿਹਾਸ ਜਾਣ ਕੇ, ਜਾਂ ਸਾਨੂੰ ਕੀ ਲੋੜ ਪੈ ਗਈ ਇਤਿਹਾਸ ਜਾਣਨ ਦੀ। ਐਕਚੁਅਲੀ ਇਤਿਹਾਸ ਲੋਕ ਕੀ ਸਮਝਦੇ ਆ ਕਿ ਇਤਿਹਾਸ ਹੈ ਨੀਂਦ ਦੀ ਦਵਾ। ਲੋਕ ਜ਼ਿਆਦਾਤਰ ਇੰਟਰਸਟ ਨਹੀਂ ਲੈਂਦੇ, ਔਰ ਜਿਹੜੇ ਇਤਿਹਾਸ ਖੋਜਦੇ ਨੇ ਉਹਨਾਂ ਤੇ ਖਰਚਾ ਵੀ ਕਾਫੀ ਜ਼ਿਆਦਾ ਲੱਗਦਾ ਨਾ। ਸਪੋਜ਼ ਕਰੋ ਮੈਂ ਖੋਜਣਾ ਹੈ ਤਾਂ ਮੈਨੂੰ ਕਾਫੀ ਕੁਝ ਕਿਤਾਬਾਂ ਖਰੀਦਣੀਆਂ ਪੈਣਗੀਆਂ, ਔਰ ਮੈਂ ਲੋਕਾਂ ਵਾਸਤੇ ਹੀ ਖਰੀਦਣੀਆਂ। ਇੰਨੀ ਪੇਮੈਂਟ ਵੀ ਨਹੀਂ ਹੈ ਕਿ ਸਰਕਾਰ ਤਾਂ ਸਾਡੀ ਕੋਈ ਮਦਦ ਨਹੀਂ ਕਰਦੀ ਨਾ ਕਿਸੇ ਤਰ੍ਹਾਂ ਦੀ। ਸਰਕਾਰ ਮਦਦ ਕਰੇ ਤਾਂ ਇਤਿਹਾਸ ਤਾਂ ਫਾਜ਼ਿਲਕਾ ਦਾ ਇੰਨਾ ਪੁਰਾਣਾ, ਮਤਲਬ ਕਾਫੀ ਜ਼ਿਆਦਾ ਮਜ਼ਬੂਤ ਹੈ ਔਰ ਸੋਲਡ ਹੈ ਕਿ ਲੋਕ ਦੇਖ ਕੇ ਹੈਰਾਨ ਹੁੰਦੇ ਯਾਰ ਕਿ ਫਾਜ਼ਿਲਕਾ ਇੰਨਾ ਪੁਰਾਣਾ ਹੈਗਾ ਤੇ ਇਹਦਾ ਇਤਿਹਾਸ ਕਿੰਨਾ ਜ਼ਬਰਦਸਤ ਹੈ। ਬਹੁਤ ਵਧੀਆ ਸ਼ਹਿਰ ਜਿਹੜਾ ਇਹ ਅੰਗਰੇਜ਼ਾਂ ਨੇ ਵਸਾਇਆ ਸੀ, ਆਬਾਦ ਕੀਤਾ ਸੀ, ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਸੀਗਾ। ਉਹਨੂੰ ਖੋਜਣ ਦੀ ਅਜੇ ਹੋਰ ਜ਼ਰੂਰਤ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ। ਜੇ ਖੋਜਿਆ ਜਾਵੇ, ਸਰਕਾਰ ਕਿਸ ਤਰ੍ਹਾਂ ਦੀ ਹੈਲਪ ਕਰੇ ਤਾਂ ਇੱਥੋਂ ਬਹੁਤ ਖਜ਼ਾਨਾ ਨਿਕਲ ਸਕਦਾ ਇਹ ਇਤਿਹਾਸ ਦਾ। ਇਹ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਸੀ ਵੀ ਸਾਨੂੰ ਵੱਡੀ ਤੇ ਲੰਮੀ ਸੜਕ ਇਹੀ ਹੈ? ਦੇਖੋ, ਜਦੋਂ ਮੈਂ ਇਤਿਹਾਸ ਦੀ ਖੋਜ ਕਰਦਾ ਤਾਂ ਬੁੱਕਸ ਕਾਫੀ ਜ਼ਿਆਦਾ ਪੜ੍ਹਨੀਆਂ ਪੈਂਦੀਆਂ ਨੇ। ਇੰਪੀਰੀਅਲ ਗੈਜ਼ਟ ਆਫ ਇੰਡੀਆ ਜਦੋਂ ਨੈੱਟ ਤੋਂ ਪੜ੍ਹਿਆ ਤਾਂ ਉਹਦੇ ਵਿੱਚ ਦਰਜ ਹੋਇਆ, ਤਾਂ ਉਸ ਵੇਲੇ ਮੈਨੂੰ ਪਤਾ ਲੱਗਿਆ ਵੀ ਇਹੀ ਰੋਡ ਹੈ ਉਹ, ਕਿਉਂਕਿ ਮੋਜਮ ਇਹੀ ਰੋਡ ਜਾਂਦੀ, ਹੋਰ ਕੋਈ ਰੋਡ ਹੀ ਨਹੀਂ ਜਾਂਦੀ। ਮੇਨ ਰੋਡ ਇਹੀ ਜਾਂਦੀ ਹੈ, ਇਹੀ ਸਿੱਧਾ ਅੱਗੇ ਜਿਵੇਂ ਉਹਨਾਂ ਨੇ ਲਿਖਿਆ ਬਸੀਰਪੁਰ ਓਕਾੜਾ ਤੱਕ ਇਹੀ ਰੋਡ ਅੱਗੋਂ ਦਰਿਆ ਵੀ ਆ ਜਾਂਦਾ, ਉੱਥੋਂ ਪਾਰ ਕਰਕੇ ਅੱਗੇ ਉਹੀ ਜ਼ਿਲ੍ਹਾ। ਸ਼ੁਕਰ ਹੈ ਵੀ ਤੁਸੀਂ ਇਤਿਹਾਸ ਸਰਕਾਰੀ ਤੌਰ ਤੇ ਰਜਿਸਟਰਡ ਹੋ ਗਿਆ। ਜੇ ਸ਼ਾਇਦ ਵੈਸੇ ਤੁਸੀਂ ਬੋਲਦੇ ਕੋਈ ਯਕੀਨ ਵੀ ਨਹੀਂ ਕਰ ਪਾਉਂਦਾ ਕਿ ਸੜਕ ਇਹੀ ਸਭ ਨਾਲੋਂ ਵੱਡੀ ਸੀ। ਨਹੀਂ, ਇਹੀ ਹੈ, ਇਹ ਸ਼ੋਰਾ ਇੰਪੀਰੀਅਲ ਗੈਜ਼ਟ ਆਫ ਇੰਡੀਆ ਕੋਈ ਵੀ ਪੜ੍ਹ ਸਕਦਾ, ਉਹਦੇ ਵਿੱਚ ਦਰਜ ਹੈ ਬਕਾਇਦਾ। ਅੱਛਾ, ਉਹਨੂੰ ਉਸ ਸਮੇਂ ਦੀ ਹੋਰ ਵੀ ਕੁਝ ਇਤਿਹਾਸ ਮਿਲਦਾ? ਤੁਸੀਂ ਕਹਿੰਦੇ ਵੀ ਊਠਾਂ ਚੋਂ ਗਿਰੀਆਂ ਬਦਾਮ ਲੈ ਕੇ ਦਿੱਲੀ ਜਾਂਦੇ ਸੀ ਅਫਗਾਨਿਸਤਾਨ ਤੋਂ, ਹੋਰ ਵੀ ਕੁਝ ਮਿਲਦਾ? ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਵੀ ਜ਼ਿਕਰ ਕਰ ਰਹੇ ਹੋ, ਖਿਲਜੀ ਦੇ ਵੀ ਸਿੱਕੇ ਮਿਲੇ, ਹੋਰ ਵੀ ਸਿੱਕੇ ਮਿਲੇ ਮਹਾਰਾਜਾਂ ਦੇ ਉੱਤੇ, ਪਰ ਇਹ ਕਿੰਨਾ ਕੁ ਲੋਕਾਂ ਨੂੰ ਪਤਾ, ਜਾਂ ਕੋਈ ਹੋਰ ਵੀ ਇਤਿਹਾਸ ਪੱਖੋਂ ਜਾਣਕਾਰੀ ਹੈਗੀ ਤੁਹਾਡੇ ਕੋਲ ਵੀ ਲੋਕਾਂ ਨੂੰ ਹੋਰ ਦੱਸਿਆ ਜਾਵੇ ਵੀ ਸਾਡਾ ਵੀ ਇਤਿਹਾਸ ਰਿਹਾ? ਚਾਹੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ, ਕੋਈ ਵੀ ਸ਼ਹਿਰ ਹੈ, ਕੋਈ ਨਾ ਕੋਈ ਇਤਿਹਾਸ ਪੱਖੋਂ ਨਾਲ ਜੁੜਿਆ ਹੀ ਹੋਇਆ। ਦੇਖੋ, ਫਾਜ਼ਿਲਕਾ ਦਾ ਜਿਹੜਾ ਇਤਿਹਾਸ ਹੈ ਬੜਾ ਜ਼ਬਰਦਸਤ ਹੈ, ਇਹਦੇ 'ਚ ਨੋ ਡਾਊਟ ਬਹੁਤ ਵਧੀਆ ਇਤਿਹਾਸ ਹੈ। ਇਹ ਫਾਜ਼ਿਲਕਾ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਹਾਂ ਨਾ, ਉਹਦੇ ਵਿੱਚ ਕਾਫੀ ਕੁਝ ਜ਼ਿਆਦਾ ਲਿਖਿਆ। ਹੋਰ ਲੋਕਾਂ ਨੇ ਤਾਂ ਇਸ ਚੀਜ਼ ਨੂੰ ਖੋਜਿਆ ਨਹੀਂ ਨਾ ਇੰਨਾ, ਫਾਜ਼ਿਲਕਾ ਨੂੰ ਖੋਜਿਆ ਗਿਆ ਤਾਂ ਇੰਨਾ ਸੋਹਣਾ ਇਤਿਹਾਸ ਹੈ ਇਹਦਾ। ਅਜੇ ਵੀ ਜੇ ਖੋਜ ਕੀਤੀ ਜਾਵੇ ਤਾਂ ਕਾਫੀ ਕੁਝ ਇੱਕ ਜ਼ਬਰਦਸਤ ਖਜ਼ਾਨਾ ਇੱਥੋਂ ਨਿਕਲਦਾ ਜੇ ਕੋਸ਼ਿਸ਼ ਕੀਤੀ ਜਾਵੇ। ਪਰ ਸਰਕਾਰਾਂ ਇਸ ਵੱਲ ਧਿਆਨ ਵੀ ਘੱਟ ਦਿੰਦੀਆਂ ਨਾ। ਉਹਨਾਂ ਨੇ ਇੱਥੇ ਹੁਣ 3 ਹੈਰੀਟੇਜ ਨੇ ਇਸ ਰੋਡ ਤੇ, ਤਿੰਨਾਂ ਨੂੰ ਹੈਰੀਟੇਜ ਦਾ ਦਰਜਾ ਤਾਂ ਪੰਜਾਬ ਸਰਕਾਰ ਨੇ ਦੇਤਾ, ਬਟ ਉਹਨਾਂ ਦੀ ਸੰਭਾਲ ਅਜੇ ਤੱਕ ਨਹੀਂ ਕੀਤੀ। 1 ਰੁਪਇਆ ਨਹੀਂ ਲਗਾਇਆ, ਸਿਰਫ ਹੈਰੀਟੇਜ ਦਾ ਦਰਜਾ 5-7 ਸਾਲ ਹੋ ਗਏ ਸਾਨੂੰ ਦੇਖਿਆ ਨਹੀਂ ਸਰਕਾਰ ਨੇ ਮੁੜ ਕੇ। ਤੇ ਸਾਰੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਲਕਸ਼ਮਣ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ। ਅਸੀਂ ਇੱਕ ਕਿਨਾਰੇ ਤੋਂ ਖੜੇ ਹਾਂ ਤੇ ਦੂਸਰੇ ਕਿਨਾਰੇ ਤੋਂ ਜਿੱਥੇ ਸਾਹਮਣੇ ਤੁਸੀਂ ਦੇਖ ਰਹੇ ਹੋ 700 ਮੀਟਰ ਤੱਕ ਇਹ ਸੜਕ ਚੌੜੀ ਹੁੰਦੀ ਸੀ। ਤਾਂ ਹਰ ਇੱਕ ਆਪਣੇ ਸ਼ਹਿਰ ਦਾ ਅਲੱਗ ਇਤਿਹਾਸ ਹੁੰਦਾ ਹੈ, ਹਰ ਇੱਕ ਸ਼ਹਿਰ ਦਾ ਕੋਈ ਨਾ ਕੋਈ ਦਾ ਇਤਿਹਾਸ ਹੁੰਦਾ। ਤਾਂ ਜੋ ਸੜਕ ਦੀ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਹੈ ਜਾਂ ਇਤਿਹਾਸ ਦੱਸਿਆ, ਕਦੀ ਇਹ ਵੀ ਹਿੰਦੁਸਤਾਨ ਦੀ, ਭਾਰਤ ਦੀ ਸਭ ਤੋਂ ਲੰਬੀ ਤੇ ਚੌੜੀ ਸੜਕ ਹੋਇਆ ਕਰਦੀ ਸੀ, ਪਰ ਕਿਤੇ ਵੀ ਪੰਜਾਬ ਸਰਕਾਰ ਨੇ ਕਾਗਜ਼ਾਂ ਵਿੱਚ ਤਾਂ ਲਿਖਿਆ ਜਾਂ ਕੋਈ ਵੀ ਬੋਰਡ ਜਾਂ ਕੋਈ ਵੀ ਇਹੋ ਜਿਹੀ ਚੀਜ਼ ਇੱਥੇ ਲਿਖ ਕੇ ਨਹੀਂ ਲਗਾਈ ਇਤਿਹਾਸ ਪੱਖੋਂ ਕਿ ਕਦੀ ਇਹ ਭਾਰਤ ਦੀ ਸਭ ਤੋਂ ਲੰਬੀ ਤੇ ਚੌੜੀ ਸੜਕ ਹੋਇਆ ਕਰਦੀ ਸੀ। ਹੈਰੀਟੇਜ ਦੀ ਗੱਲ ਕਰੀਏ, ਪੈਸਾ ਆਂਦਾ, ਕਿੰਨਾ ਕੁ ਪੈਸਾ ਲੱਗਿਆ ਹੈਰੀਟੇਜਾਂ ਤੇ? ਜੇ ਇਸ ਉੱਪਰ ਵੀ ਇੱਕ ਸਟੋਰੀ ਕਰਨੀ ਪੈ ਜਾਵੇ ਤਾਂ ਕਾਫੀ ਕੁਝ ਨਿਕਲ ਕੇ ਸਾਹਮਣੇ ਆ ਸਕਦਾ। ਪਰ ਇਤਿਹਾਸ ਦੀ ਗੱਲ ਕਰਾਂਗੇ, ਜੇ ਤੁਹਾਡੇ ਕੋਲ ਵੀ ਕੋਈ ਇਤਿਹਾਸ ਦੀ ਜਾਣਕਾਰੀ ਹੈਗੀ ਹੈ ਜੋ ਲੋਕਾਂ ਨੂੰ ਨਹੀਂ ਪਤਾ, ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। WhatsApp ਉੱਤੇ ਸਾਨੂੰ ਮੈਸੇਜ ਕਰ ਸਕਦੇ ਹੋ, ਕਮੈਂਟ ਵੀ ਕਰ ਸਕਦੇ ਹੋ। ਤਾਂ ਕੋਸ਼ਿਸ਼ ਕਰਾਂਗੇ ਹੋਰ ਇਤਿਹਾਸ ਦੀ ਜਾਣਕਾਰੀ ਲੈਣ ਵਾਸਤੇ, ਉਹ ਕੋਸ਼ਿਸ਼ ਕਰਾਂਗੇ ਹੋਰ ਸ਼ਹਿਰ ਦੇ ਨਾਲ ਕੀ ਜੁੜਿਆ ਹੋਇਆ ਹੈ। ਤੇ ਤੁਸੀਂ ਸਾਡੇ ਨਾਲ ਬਣੇ ਰਹਿਣਾ। ਪੰਜਾਬ ਨਿਊਜ਼ ਦੇ ਪੇਜ ਨੂੰ ਲਾਈਕ ਕਰ ਦਿਓ, ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।